ਹੈਲੋ ਸਟੂਡੈਂਟਸ, ਲੀਨੀਅਰ ਇਕੁਏਸ਼ਨ ਦਾ ਚੈਪਟਰ ਆਪਾਂ ਕਰ ਰਹੇ ਹਾਂ। ਲੀਨੀਅਰ ਇਕੁਏਸ਼ਨਸ ਦੇ ਵਿੱਚ ਨਾਨ ਹੋਮੋਜੀਨੀਅਸ ਕੇਸ ਜਦੋਂ ਤੁਹਾਡੇ ਕੋਲ ਕਾਂਸਟੈਂਟ ਟਰਮ ਜਿਹੜੀ ਪ੍ਰੈਜ਼ੈਂਟ ਹੁੰਦੀ ਹੈ, ਜ਼ੀਰੋ ਨਹੀਂ ਹੁੰਦੀ, ਉਸ ਕੇਸ ਦੇ ਵਿੱਚ ਆਪਾਂ ਇਕੁਏਸ਼ਨ ਕੰਸਿਸਟੈਂਟ ਹੈ ਕਿ ਇਨਕਨਸਿਸਟੈਂਟ ਹੈ ਉਹ ਆਪਾਂ ਦੇਖ ਲਿਆ ਸੀ। ਹੁਣ ਆਪਾਂ ਦੇਖਦੇ ਹਾਂ ਕਿ ਹਾਊ ਟੂ ਸੋਲਵ ਦੈਮ ਇਫ ਦੇ ਆਰ ਕੰਸਿਸਟੈਂਟ। ਕੰਸਿਸਟੈਂਟ ਮਤਲਬ ਜਾਂ ਤਾਂ ਯੂਨੀਕ ਸੋਲਿਊਸ਼ਨ ਹੋਏਗਾ ਜਾਂ ਇਨਫਾਈਨਟ ਸੋਲਿਊਸ਼ਨ ਹੋਏਗਾ। ਦੋਨੋਂ ਕੇਸ ਦੇ ਵਿੱਚ ਰੈਂਕ ਆਫ ਏ ਐਂਡ ਰੈਂਕ ਆਫ ਏ ਡਬਲ ਡਾਟ ਬੀ, ਇਹ ਦੋਨੋਂ ਮੈਟ੍ਰਿਸਿਸ ਦਾ ਰੈਂਕ ਇਕੁਅਲ ਹੋਏਗਾ। ਠੀਕ ਹੈ, ਕੰਸਿਸਟੈਂਟ ਕੇਸ ਦੇ ਵਿੱਚ। ਯੂਨੀਕ ਦੇ ਵਿੱਚ ਕੀ ਹੁੰਦਾ ਕਿ ਦਿਸ ਮਸਟ ਬੀ ਇਕੁਅਲ ਟੂ ਦੀ ਨੰਬਰ ਆਫ ਦੀ ਵੇਰੀਏਬਲ, ਜਿਹੜੇ ਜ਼ਿਆਦਾਤਰ 3 ਹੁੰਦੇ, ਜਿੱਦਾਂ ਇਸ ਕੁਐਸਚਨ 'ਚ ਐਕਸ ਵਾਈ ਜ਼ੈਡ ਹੈ। ਅਤੇ ਅਗਰ ਇਹ ਲੈਸ ਦੈਨ 3 ਹੈ, ਜਾਣੀ ਕਿ 2 ਹੈ ਜਾਂ 1 ਹੈ, ਰੈਂਕ ਜਿਹੜਾ ਆਪਸ 'ਚ ਬਰਾਬਰ ਹੈ, ਲੇਕਿਨ ਨੰਬਰ ਆਫ ਵੇਰੀਏਬਲ ਤੋਂ ਅਗਰ ਇਹ ਘੱਟ ਹੋਵੇ, ਇਫ ਇਟ ਇਜ਼ ਲੈਸ ਦੈਨ 3, ਦੈਨ ਆਪਾਂ ਕਹਿੰਦੇ ਹਾਂ ਕਿ ਦਿਸ ਇਜ਼ ਦ ਕੇਸ ਆਫ ਇਨਫਾਈਨਟ ਸੋਲਿਊਸ਼ਨ। ਤਾਂ ਫਿਰ ਆਪਾਂ ਨੂੰ ਸੋਲਵ ਕਿੱਦਾਂ ਕਰਨਾ ਉਹ ਦੇਖਦੇ ਹਾਂ ਹੁਣ। Let us see one question here. This is a system of equation. 3 equations are given. We have to solve them. So first of all, we will write the matrix A, the coefficient matrix, the matrix of unknown x, and the matrix of the constant term b. Then joining A and B, writing them as a big matrix, augmented matrix AB. This is A double dot B. ਨੈਕਸਟ ਸਟੈਪ ਕੀ ਹੈ ਕਿ ਅਸੀਂ ਇਹਨੂੰ ਐਚਲਨ ਫਾਰਮ 'ਚ ਕਨਵਰਟ ਕਰਨਾ ਐਲੀਮੈਂਟਰੀ ਟਰਾਂਸਫੋਰਮੇਸ਼ਨ ਯੂਜ਼ ਕਰਕੇ। ਤੋ ਹੁਣ ਇਹਦੇ ਵਿੱਚ ਦੇਖੋ ਫਸਟ ਰੋ ਦੇ ਵਿੱਚ 1 ਹੈਗਾ ਸਾਡੇ ਕੋਲ, ਫਿਰ ਆਪਾਂ ਕੀ ਕਰਾਂਗੇ ਨੀਚੇ ਇੱਥੇ ਅਤੇ ਇੱਥੇ 2 ਜਿਹੜੇ ਐਲੀਮੈਂਟ 0 ਬਣਾਉਣ ਦੇ ਲਈ ਫਸਟ ਰੋ ਨੂੰ 2 ਨਾਲ ਮਲਟੀਪਲਾਈ ਕਰਕੇ ਇਹਨੂੰ ਸੈਕਿੰਡ ਰੋ 'ਚੋਂ ਸਬਟਰੈਕਟ, ਇੱਦਾਂ ਫਿਰ ਫਸਟ ਰੋ ਨੂੰ 2 ਨਾਲ ਮਲਟੀਪਲਾਈ ਕਰਕੇ ਥਰਡ ਰੋ 'ਚੋਂ ਸਬਟਰੈਕਟ। ਇਹਦੇ ਨਾਲ ਇਹ ਦੋਨੋਂ ਐਲੀਮੈਂਟ 0 ਬਣ ਗਏ ਅਤੇ ਇਹ ਸਾਡੇ ਕੋਲ ਜਿਹੜਾ ਆ ਟਰਾਂਸਫਾਰਮਡ ਮੈਟ੍ਰਿਕਸ ਆ ਗਿਆ। ਉਸ ਤੋਂ ਬਾਅਦ ਹੁਣ ਕੀ ਕਰਨਾ ਆਪਾਂ, ਕਿਉਂਕਿ ਸੈਕਿੰਡ ਰੋ 'ਚ 1 0 ਹੈ, ਅਗਲੀ ਰੋ ਦੇ ਵਿੱਚ ਇਹਨੂੰ 0 ਬਣਾਉਣਾ ਆ, ਅਤੇ ਇਹਨੂੰ 0 ਬਣਾਉਣ ਦੇ ਲਈ ਜਾਂ ਤਾਂ ਇਹਨੂੰ ਪੂਰੀ ਰੋ ਨੂੰ 3 ਨਾਲ ਮਲਟੀਪਲਾਈ ਕਰ ਦਈਏ ਅਤੇ ਉੱਪਰ ਵਾਲੀ 'ਚ ਐਡ ਕਰ ਦਈਏ, ਜਾਂ ਫਿਰ ਆਪਾਂ ਕੀ ਕਰੀਏ ਕਿ ਇੰਟਰਚੇਂਜ ਕਰ ਲਈਏ। ਠੀਕ ਹੈ, ਤੋ ਕੀ ਹੈ ਕਿ ਤੁਸੀਂ ਜਿਹੜਾ ਮਰਜ਼ੀ ਮੈਥਡ ਲਗਾ ਸਕਦੇ ਆ। ਹੁਣ ਮੈਂ ਇਹਦੇ 'ਚ ਕੀ ਕੀਤਾ, 3 ਨਾਲ ਮਲਟੀਪਲਾਈ ਕਰ ਦਿੱਤਾ ਪਹਿਲਾਂ। ਠੀਕ ਹੈ, ਇਹ ਤੁਹਾਡੇ ਕੋਲ ਮੈਟ੍ਰਿਕਸ ਸੀ, ਇਹਨੂੰ 3 ਨਾਲ ਮਲਟੀਪਲਾਈ ਕਰਤਾ ਥਰਡ ਰੋ ਨੂੰ। ਥਰਡ ਰੋ 3 ਨਾਲ ਮਲਟੀਪਲਾਈ ਹੋਣ ਤੋਂ ਬਾਅਦ ਆਹ ਦੋਨੋਂ ਐਲੀਮੈਂਟ ਸੇਮ ਆ ਗਏ। ਜਿਹੜਾ ਆਪਾਂ 0 ਬਣਾਉਣਾ ਨੀਚੇ, ਉਹਦੇ ਲਈ ਸਿਰਫ ਇਹਨਾਂ ਨੂੰ ਦੋਨਾਂ ਨੂੰ ਐਡ ਕਰਨਾ ਪਏਗਾ, ਰੋ 2 ਅਤੇ ਰੋ 3 ਨੂੰ ਐਡ ਕਰ ਲਿਆ। ਹੁਣ ਜਿਹੜੀ ਥਰਡ ਰੋ ਵਿੱਚ ਇੱਥੇ 0 ਆ ਗਿਆ। ਹੁਣ ਸਾਡੀ ਰਿਕੁਆਇਰਡ ਐਚਲਨ ਫਾਰਮ ਹੈ, ਇਹੀ ਬਣਾਉਣਾ ਹੁੰਦਾ ਕਿ ਨੰਬਰ ਆਫ ਜ਼ੀਰੋਜ਼ ਇਨਕਰੀਜ਼ ਹੋਣ ਜਿੱਦਾਂ ਜਿੱਦਾਂ ਆਪਾਂ ਰੋ ਵਾਈਜ਼ ਨੀਚੇ ਜਾਈਏ। ਅਤੇ ਹੁਣ ਜਦੋਂ ਤੁਹਾਡੇ ਕੋਲ ਐਚਲਨ ਫਾਰਮ ਓਬਟੇਨ ਹੋ ਗਈ ਹੈ, ਹੁਣ ਆਪਾਂ ਦੇਖਦੇ ਕਿ ਇਹਦਾ ਸੋਲਿਊਸ਼ਨ ਕਿੱਦਾਂ ਦਾ ਹੋਏਗਾ। 3 ਟਾਈਪ ਦੱਸਿਆ ਨਾ ਆਪਾਂ, ਯੂਨੀਕ, ਇਨਫਾਈਨਟ ਜਾਂ ਨੋ ਸੋਲਿਊਸ਼ਨ। ਹੁਣ ਉਹ ਡਿਪੈਂਡ ਕਰਦਾ ਰੈਂਕ ਦੇ ਉੱਤੇ। ਜਿੱਦਾਂ ਇਕੱਲੇ ਮੈਟ੍ਰਿਕਸ ਏ ਦਾ ਰੈਂਕ, ਮਤਲਬ ਇੰਨੇ ਜਿਹੜਾ ਮੈਟ੍ਰਿਕਸ ਹੈ ਏ ਆ, ਉਹ ਇਹਦਾ ਰੈਂਕ ਅਗਰ ਦੇਖੀਏ ਤਾਂ ਨੋਨ ਜ਼ੀਰੋ ਰੋਜ਼ ਇਹਦੇ 'ਚ 3 ਹੈ, ਤਾਂ ਰੈਂਕ ਵੀ ਇਹਦਾ 3 ਹੋਏਗਾ। ਜੇ ਆਪਾਂ ਇਹਨੂੰ ਪੂਰੇ ਮੈਟ੍ਰਿਕਸ ਨੂੰ ਐਜ਼ 1 ਮੈਟ੍ਰਿਕਸ ਕੰਸੀਡਰ ਕਰੀਏ, ਇਹਨੂੰ ਪੂਰੇ ਨੂੰ ਏ ਡਬਲ ਡਾਟ ਬੀ ਹੈ, ਤਾਂ ਇਹਦੇ ਵਿੱਚ ਵੀ 1 2 3 ਨੋਨ ਜ਼ੀਰੋ ਰੋ ਹੈ ਅਤੇ ਇਹਦਾ ਰੈਂਕ ਵੀ 3 ਹੈ। ਅਤੇ ਨੰਬਰ ਆਫ ਵੇਰੀਏਬਲ ਵੀ ਸਾਡੇ ਕੋਲ 3 ਸੀਗੇ ਇਸ ਕੁਐਸਚਨ ਦੇ ਵਿੱਚ, ਐਕਸ ਵਾਈ ਜ਼ੈਡ। ਤੋ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਬਰਾਬਰ ਆ, ਏ ਦਾ ਰੈਂਕ, ਏ ਡਬਲ ਡਾਟ ਬੀ ਦਾ ਰੈਂਕ ਅਤੇ ਨੰਬਰ ਆਫ ਵੇਰੀਏਬਲਸ। ਤੋ ਅਗਰ ਇਹ ਤਿੰਨੋਂ ਚੀਜ਼ਾਂ ਬਰਾਬਰ ਹੋਣ ਤਾਂ ਆਪਾਂ ਕਹਿੰਦੇ ਹਾਂ ਕਿ ਇਕੁਏਸ਼ਨ ਦਾ ਸੋਲਿਊਸ਼ਨ ਯੂਨੀਕ ਹੋਏਗਾ। ਅਤੇ ਯੂਨੀਕ ਸੋਲਿਊਸ਼ਨ ਆਏਗਾ ਕਿੱਦਾਂ, ਉਹਦੇ ਲਈ ਕੀ ਕਰਨਾ ਕਿ ਜਿੱਦਾਂ ਅਸੀਂ ਮੈਟ੍ਰਿਕਸ ਜਿਹੜਾ ਬਣਾਇਆ ਹੈ ਇਕੁਏਸ਼ਨਸ ਤੋਂ, ਉਸੇ ਤਰ੍ਹਾਂ ਮੈਟ੍ਰਿਕਸ ਤੋਂ ਅਸੀਂ ਇਕੁਏਸ਼ਨਸ ਬਣਾਉਣੀਆਂ। ਹੁਣ ਦੇਖੋ ਜਿੱਦਾਂ ਹੁਣ ਪਹਿਲੀ ਆਹ ਵਾਲੀ ਜਿਹੜੀ ਫਸਟ ਰੋ ਹੈ, ਇਹਦੇ ਵਿੱਚ ਆ ਐਕਸ ਦਾ ਕੋਫੀਸ਼ੀਐਂਟ ਹੈ, ਵਾਈ ਦਾ ਕੋਫੀਸ਼ੀਐਂਟ ਹੈ, ਜ਼ੈਡ ਦਾ ਕੋਫੀਸ਼ੀਐਂਟ ਹੈ। ਜਿਹੜਾ ਡਬਲ ਡੋਟ ਹੈ ਇਹਦਾ ਮਤਲਬ ਹੁੰਦਾ ਇਕੁਅਲ ਟੂ ਦਾ ਸਾਈਨ, ਅਤੇ ਆਹ ਜਿਹੜੀ ਦੂਜੇ ਪਾਸੇ ਟਰਮ ਹੈ 9, ਦਿਸ ਇਜ਼ ਦੀ ਕੌਨਸਟੈਂਟ ਟਰਮ। ਤਾਂ ਪਹਿਲੀ ਇਕੁਏਸ਼ਨ ਬਣ ਗਈ ਐਕਸ ਪਲੱਸ ਵਾਈ ਪਲੱਸ ਜ਼ੈਡ ਇਜ਼ ਇਕੁਅਲ ਟੂ 9। ਇਹਦੀ ਦੂਸਰੀ ਇਕੁਏਸ਼ਨ ਜਿਹੜੀ ਇੱਥੋਂ ਸੈਕਿੰਡ ਰੋ ਤੋਂ ਬਣਾਉਣੀ ਉਹ ਬਣੇਗੀ 0 ਇੰਟੂ ਐਕਸ ਪਲੱਸ 3 ਇੰਟੂ ਵਾਈ ਪਲੱਸ 5 ਇੰਟੂ ਜ਼ੈਡ, ਅਤੇ ਡਬਲ ਡੋਟ ਦੀ ਜਗ੍ਹਾ 'ਤੇ ਇਕੁਅਲ ਟੂ ਲਗਾ ਦੇਣਾ, ਇਕੁਅਲ ਟੂ 34। ਇਸੇ ਤਰ੍ਹਾਂ ਥਰਡ ਜਿਹੜੀ ਰੋ ਹੈ 0 ਇੰਟੂ ਐਕਸ 0 ਇੰਟੂ ਵਾਈ ਮਾਈਨਸ 4 ਜ਼ੈਡ, ਅਤੇ ਦੂਜੇ ਪਾਸੇ ਮਾਈਨਸ 20। ਅਤੇ ਤੁਸੀਂ ਦੇਖੋ ਹੁਣ ਇਹ ਇਕੁਏਸ਼ਨ ਜਿਹੜੀ ਲਾਸਟ ਵਾਲੀ ਹੈ, ਇਹ 'ਚ ਤਾਂ ਸਿੱਧੇ ਜ਼ੈਡ ਦੀ ਵੈਲਿਊ ਆ ਜਾਣੀ ਹੈ, ਜ਼ੈਡ ਇਜ਼ ਇਕੁਅਲ ਟੂ 5। ਜ਼ੈਡ ਦੀ ਵੈਲਿਊ 5 ਅਸੀਂ ਸੈਕਿੰਡ ਇਕੁਏਸ਼ਨ 'ਚ ਪੁੱਟ ਕਰਾਂਗੇ, ਇਹਦੇ 'ਚ ਸਾਡੀ ਵਾਈ ਦੀ ਵੈਲਿਊ ਆ ਜਾਣੀ ਹੈ। ਅਤੇ ਜਦੋਂ ਇਹ ਵਾਈ ਅਤੇ ਜ਼ੈਡ ਦੀ ਵੈਲਿਊ ਫਸਟ 'ਚ ਪੁੱਟ ਕਰਾਂਗੇ ਦੋਨੋਂ ਜਗ੍ਹਾ 'ਤੇ ਐਕਸ ਦੀ ਵੈਲਿਊ ਆ ਜਾਏਗੀ। ਸੋ ਯੂ ਵਿਲ ਗੈਟ ਦੀ ਵੈਲਿਊ ਆਫ x, y and z easily from this equation by substitution method. So here
the value of z is 5. When we put z is equal to 5 in second equation, we get y is equal to 3. And if we put z is equal to 5 and y is equal to 3 in the first equation, we get x is equal to 1. So this is the solution, and this is unique solution because there is only one set of values of x, y and z. x, y ਤੇ z ਦੀ ਇੱਕ ਇੱਕ ਵੈਲਿਊ ਹੈ, ਇਸ ਕਰਕੇ ਇਹ ਸੋਲਿਊਸ਼ਨ ਯੂਨੀਕ ਹੈ। ਤੇ ਹੁਣ ਆਪਾਂ ਇੱਕ ਹੋਰ ਕੁਐਸਚਨ ਦੇਖਦੇ ਹਾਂ ਇਸੇ ਤਰੀਕੇ ਦਾ। ਸ਼ੋ ਦੈਟ ਥੀਸ ਇਕੁਏਸ਼ਨਸ, ਹੁਣ ਇਹਦੇ 'ਚ ਕੀ ਤੁਹਾਡੇ ਕੋਲ 4 ਇਕੁਏਸ਼ਨਸ ਆ, ਵੇਰੀਏਬਲ ਇਹਦੇ ਵਿੱਚ ਵੀ ਸਾਡੇ ਕੋਲ 3 ਹੀ ਹੈ, x, y, z। ਸੋ ਨਾਓ ਵੀ ਵਿਲ ਚੈੱਕ ਦੇ ਐਡਮਿਟ ਇਨਫਾਈਨਾਈਟ ਸੋਲਿਊਸ਼ਨ, ਕਿ ਇਹਨਾਂ ਦਾ ਸੋਲਿਊਸ਼ਨ ਇਨਫਾਈਨਾਈਟ ਆਏਗਾ। ਤਾਂ ਕੀ ਕਰਨਾ ਆਪਾਂ, ਪਹਿਲਾਂ ਕੋਰਸਪੋਂਡਿੰਗ ਜਿਹੜਾ ਮੈਟ੍ਰਿਕਸ ਲਿਖ ਲੈਣਾ ਕੋਫੀਸ਼ੀਐਂਟ ਦੇ ਹਿਸਾਬ ਨਾਲ। x, y, z 3 ਵੇਰੀਏਬਲ, b ਮੈਟ੍ਰਿਕਸ ਕੌਂਸਟੈਂਟ ਟਰਮਸ ਦਾ ਆ ਗਿਆ। ਫਿਰ ਆਪਾਂ ਅਗਮੈਂਟਡ ਮੈਟ੍ਰਿਕਸ a ਮੈਟ੍ਰਿਕਸ ਤੇ ਆ b ਮੈਟ੍ਰਿਕਸ ਤੇ ਆ ਡਬਲ ਡਾਟ ਲਗਾ ਕੇ ਇਸ ਤਰੀਕੇ ਨਾਲ ਲਿਖ ਲਿਆ। ਠੀਕ ਹੈ ਜੀ। ਨੈਕਸਟ ਸਟੈਪ ਇਜ਼ ਸੇਮ, that we have to convert this matrix into echelon form by applying elementary transformations। ਹੁਣ ਇਹਦੇ ਵਿੱਚ ਦੇਖੋ ਕਿ ਆਪਾਂ elementary transformation ਜਿਹੜੇ ਲਗਾਉਂਦੇ ਆ, see here ਕਿ ਆਪਾਂ ਇਹ ਤਿੰਨੋਂ ਐਲੀਮੈਂਟ 0 ਬਣਾਉਣੇ ਆ। ਤਾਂ ਇਹਦੇ ਲਈ ਕੀ ਕਰਨਾ, ਫਸਟ ਨੂੰ 2 ਨਾਲ ਮਲਟੀਪਲਾਈ ਕਰਕੇ ਸੈਕਿੰਡ 'ਚੋਂ ਸਬਟਰੈਕਟ ਕਰ ਦਿਓ, ਇਹ ਫਸਟ ਜਿਹੜੀ ਪ੍ਰੋਪਰਟੀ ਲੱਗ ਜਾਏਗੀ। ਫਿਰ ਆਪਾਂ ਇੱਥੇ 3 ਵਾਲੀ ਜਿਹੜੀ ਟਰਮ ਇਹਨੂੰ 0 ਬਣਾਉਣਾ, ਤਾਂ 3 ਨਾਲ ਮਲਟੀਪਲਾਈ ਕਰਕੇ ਫਸਟ ਰੋ ਨੂੰ ਰੋ 3 'ਚੋਂ ਸਬਟਰੈਕਟ ਕਰ ਦਿਓ। ਫੋਰਥ ਰੋ ਦੇ ਵਿੱਚ 1 ਆ ਅਤੇ 1 ਮਾਈਨਸ 1 0 ਆ ਜਾਣਾ, ਸਿੱਧਾ ਸਬਟਰੈਕਟ ਕਰ ਦਿਓ ਫੋਰਥ ਰੋ ਮਾਈਨਸ ਫਸਟ ਰੋ। ਸੋ ਬਾਈ ਅਪਲਾਈਂਗ these operations we will have the matrix, let us see, this will be the matrix after applying those operations, right? This was the given matrix A, which we have obtained from equations. We join them with B and applying these 3 properties, making these 3 elements 0, and we get this matrix. Now on this matrix, which is equivalent to A double dot B, now you can see we have to make these 2 elements 0, for which ਜਿਹੜੀ ਸੈਕਿੰਡ ਰੋ ਦੇ ਵਿੱਚ ਐਲੀਮੈਂਟ ਆਲਰੇਡੀ 5 ਹੀ ਹੈ, ਤਾਂ 5 ਮਾਈਨਸ 5 0 ਬਣ ਜਾਣਾ। ਨੀਚੇ ਆ 10 ਆ ਅਤੇ 5 ਨੂੰ 2 ਨਾਲ ਮਲਟੀਪਲਾਈ ਕਰਕੇ ਜੋ ਸਬਟਰੈਕਟ ਕਰ ਦੇਣਾ। ਕਹਿਣ ਦਾ ਮਤਲਬ ਇਹ ਕਿ ਰੋ 3 ਜਿਹੜੀ ਆ ਉਹਦੇ ਵਿੱਚੋਂ ਤਾਂ ਅਸੀਂ ਰੋ 2 ਨੂੰ ਸਿੱਧਾ ਸਬਟਰੈਕਟ ਕਰ ਦੇਣਾ, ਰੋ 4 ਦੇ ਵਿੱਚੋਂ ਜਦੋਂ ਰੋ 2 ਨੂੰ ਸਬਟਰੈਕਟ ਕਰਨਾ ਤਾਂ 2 ਨਾਲ ਮਲਟੀਪਲਾਈ ਕਰਕੇ। ਤਾਂ ਇਹ ਦੋਨੋਂ ਆਪਰੇਸ਼ਨ ਆਪਾਂ ਮੈਂਸ਼ਨ ਕਰਦੇ ਨੇ। ਅਤੇ ਜਦੋਂ ਆਪਾਂ ਇਹਨਾਂ ਨੂੰ ਕਰਦੇ ਹਾਂ ਇਸ ਤਰੀਕੇ ਨਾਲ, ਦੇਖੋ ਕਿ ਐਲੀਮੈਂਟ ਜਿਹੜੇ ਆ ਸੇਮ ਆ, ਦੇਖੋ ਸੈਕਿੰਡ ਰੋ ਅਤੇ ਥਰਡ ਰੋ ਦੇ ਸੇਮ ਹੈ, ਸਬਟਰੈਕਟ ਕਰੋਗੇ ਸਾਰੇ 0 ਆ ਜਾਣੇ। ਐਦੀ ਸੈਕਿੰਡ ਰੋ ਅਤੇ ਫੋਰਥ ਰੋ ਦੇ ਐਲੀਮੈਂਟ ਇੱਕ ਦੂਜੇ ਦੇ ਮਲਟੀਪਲ ਆ, ਮਤਲਬ ਜੇ ਮੈਂ ਇਹਨੂੰ 2 ਨਾਲ ਮਲਟੀਪਲਾਈ ਕਰਨਾ ਆ ਸੈਕਿੰਡ ਰੋ ਨੂੰ, ਇਹ 'ਚੋਂ ਸਬਟਰੈਕਟ ਕਰਨਾ ਤਾਂ ਸਾਰੇ ਐਲੀਮੈਂਟ ਹੀ 0 ਬਣ ਜਾਣੇ। ਤਾਂ ਇਹ ਦੋਨੋਂ ਰੋ 0 ਬਣ ਗਿਆ। ਹੁਣ ਆਪਾਂ ਦੇਖੀਏ, ਜੋ ਆਪਾਂ ਚੈੱਕ ਕਰਨਾ ਹੁੰਦਾ ਕਿ ਐਚਲਨ ਫਾਰਮ ਆ ਗਈ ਆ। ਹੁਣ ਆਪਾਂ ਰੈਂਕ ਦੇਖਦੇ ਆ, ਏ ਦਾ ਰੈਂਕ ਕਿੰਨਾ ਆ। ਏ ਦਾ ਰੈਂਕ ਹੈਗਾ ਆ ਜਿਹੜਾ, ਕਿਉਂਕਿ ਇਹ 'ਚ ਸਿਰਫ 2 ਨੋਨ ਜ਼ੀਰੋ ਰੋ ਆ ਐਨੇ ਮੈਟ੍ਰਿਕਸ ਦੇ ਵਿੱਚ, ਅਤੇ ਇਹਦਾ ਰੈਂਕ ਹੈ 2। ਅਤੇ ਜੇ ਆਪਾਂ ਪੂਰੇ ਮੈਟ੍ਰਿਕਸ ਦਾ ਰੈਂਕ ਦੇਖੀਏ ਤਾਂ ਪੂਰੇ ਮੈਟ੍ਰਿਕਸ ਦੇ ਵਿੱਚ ਵੀ 2 ਹੀ ਸਾਡੇ ਕੋਲ ਨੋਨ ਜ਼ੀਰੋ ਰੋ ਹੈ, ਮਤਲਬ ਏ ਦਾ ਅਤੇ ਏ ਡਬਲ ਡਾਟ ਬੀ ਦਾ ਰੈਂਕ ਬਰਾਬਰ ਹੈ। ਅਤੇ ਤੀਸਰੀ ਚੀਜ਼ ਜਿਹੜੀ ਆਪਾਂ ਦੇਖਦੇ ਹੁੰਦੇ, ਨੰਬਰ ਆਫ ਵੇਰੀਏਬਲਸ ਇਹਦੇ 'ਚ 3 ਆ, तो 3 ਦੇ ਇਕੁਅਲ ਨਹੀਂ ਆ ਰਿਹਾ ਰੈਂਕ, ਰੈਂਕ ਇਜ਼ 2 ਵੇਅਰ ਐਜ਼ ਨੰਬਰ ਆਫ ਵੇਰੀਏਬਲਸ ਆਰ 3। तो अगर ये दोनों आपस में बराबर होण लेकिन नंबर ऑफ वेरीएबल्स तो लैस होण तो उन्होंने कहने आप इनफाइनाइट सोल्यूशन। ठीक है, आपस में इक्वल है बट लैस दैन नंबर ऑफ वेरीएबल्स। तो इनफाइनाइट सोल्यूशन आ गया। हुण इनफाइनाइट सोल्यूशन सॉल्व किद्दां करना, एक्स वाई की वैल्यू किद्दां सॉल्व करनी है, ये फिर उही मैथड ही है कि इन्हां इक्वेशनस तो इन्हां तो इक्वेशनस आपां बनाणियां रो तो, जिद्दां इहदे विच 1 इंटू एक्स है तो एक्स आ गया, -2 इंटू वाई प्लस 3 इंटू Z पहली रो तो ये आ गया। डबल डॉट की जगह तो इक्वल टू पा देना, तो दूजे पासे 7, एक इक्वेशन ये आ गई। दूसरी इक्वेशन 0 इंटू एक्स है, फिर प्लस 5 इंटू वाई माइनस 7Z इक्वल टू -9। सो ये इक्वेशन आ लिखिया हुई। ठीक है, इक्वेशनस आ गई। हुण की करना है, क्योंकि साडे कोल 3 वेरीएबल्स है और इक्वेशन सिर्फ 2 है, तो तिन्ना की वैल्यू जिद्दां पिछले क्वेश्चन आ गई सी ना यूनीक सोल्यूशन तो तिन्ना की वैल्यू आ जानी कॉन्सटेंट, ये नहीं आती होंगी ये, क्योंकि साडे कोल वेरीएबल 3 है तो नंबर ऑफ इक्वेशनस 2 है, माइनस करो 1 आ गया,
तो 1 ਜਿਹੜੀ ਵੈਲਿਊ ਆਪਾਂ ਨੂੰ ਖੁਦ ਲੈਟ ਕਰਨੀ ਪਏਗੀ। ਇੱਕ ਦਾ ਡਿਫਰੈਂਸ ਆ, ਮੀਨਸ ਇੱਕ ਵੈਲਿਊ ਸਾਡੇ ਕੋਲ ਘਟਦੀ ਪਈ ਆ ਤੇ ਉਹਨੂੰ ਆਪਾਂ ਖੁਦ ਆਪਣੇ ਕੋਲ ਸਪੋਜ਼ ਕਰ ਲੈਂਦੇ ਹਾਂ। ਜਿੱਦਾਂ ਇਸ ਕੁਐਸਚਨ ਦੇ ਵਿੱਚ ਆਈ ਹੈਵ ਟੇਕਨ z ਇਜ਼ ਇਕੁਅਲ ਟੂ a। ਇਹ ਤੁਹਾਡੀ ਮਰਜ਼ੀ ਆਪਣੀ, ਤੁਸੀਂ x ਦੀ ਵੈਲਿਊ ਲੈਟ ਕਰ ਲਓ, ਚਾਹੇ y ਦੀ ਲੈਟ ਕਰ ਲਓ, ਚਾਹੇ z ਦੀ ਵੈਲਿਊ ਲੈਟ ਕਰ ਲਓ। ਇੱਕ ਵੈਲਿਊ ਤੁਸੀਂ ਲੈਟ ਕਰੋਗੇ तो ਇਹ z ਦੀ ਵੈਲਿਊ a ਲੈ ਲਈ ਤੇ z ਦੀ ਵੈਲਿਊ a 'ਚ ਪੁੱਟ ਕੀਤਾ। ਸੈਕਿੰਡ ਇਕੁਏਸ਼ਨ 'ਚ ਤਾਂ y ਦੀ ਵੈਲਿਊ ਆ ਗਈ। ਹੁਣ ਫਸਟ ਇਕੁਏਸ਼ਨ 'ਚ ਦੋਨੋਂ ਵੈਲਿਊ y ਦੀ ਤੇ z ਦੀ ਵੈਲਿਊ ਜਿਹੜੀ a ਹੈ ਦੋਨੋਂ ਪੁੱਟ ਕਰ ਦਿੱਤੀਆਂ ਇੱਥੇ ਤੇ ਸਾਡੇ ਕੋਲ x ਦੀ ਵੈਲਿਊ ਆ ਗਈ। ਕਹਿਣ ਦਾ ਮਤਲਬ ਹੈ ਕਿ x y ਤੇ z ਤਿੰਨਾਂ ਦੀ ਵੈਲਿਊ ਸਾਡੇ ਕੋਲ a ਦੀ ਫਾਰਮ 'ਚ ਆ ਰਹੀ ਹੈ ਜਿਹੜਾ ਆਪਾਂ ਲੈਟ ਕੀਤਾ ਸੀ। ਸੋ ਦਿਸ ਇਜ਼ ਦੀ ਸੋਲਿਊਸ਼ਨ ਵਿਚ ਇਜ਼ ਯੂਨੀਕ ਸੋਲਿਊਸ਼ਨ, ਕਿਉਂਕਿ ਆਂਸਰ a ਦੀ ਫਾਰਮ 'ਚ ਆ ਰਿਹਾ ਔਰ a ਦੀ ਵੈਲਿਊ ਕੁਛ ਵੀ ਹੋ ਸਕਦੀ ਹੈ। ਇਹ ਪੈਰਾਮੀਟਰ ਹੈ, ਇਟ ਮੀਨਸ ਇਟ ਕੈਨ ਹੈਵ ਐਨੀ ਰੀਅਲ ਵੈਲਿਊ। ਦੈਟ ਮੀਨਸ ਇਹਦੀ ਵੈਲਿਊ 0 ਲੈ ਲਓ, ਇੱਕ ਸੋਲਿਊਸ਼ਨ ਆ ਜਾਏਗਾ। ਇਹਦੀ ਵੈਲਿਊ 1 ਲੈ ਲਾਂਗੇ, ਫਿਰ ਇੱਕ ਹੋਰ ਸੋਲਿਊਸ਼ਨ ਆ ਜਾਏਗਾ। ਇਹਦੀ ਵੈਲਿਊ 2 ਲੈ ਲਾਂਗੇ, ਤਾਂ ਉਨੇ ਸੋਲਿਊਸ਼ਨ ਆ ਜਾਣਗੇ ਜਿੰਨੇ ਆਪਾਂ a ਦੀਆਂ ਡਿਫਰੈਂਟ ਵੈਲਿਊ ਲਈ ਜਾਵਾਂਗੇ। ਠੀਕ ਹੈ, a ਦੀ ਕੋਈ ਫਿਕਸ ਵੈਲਿਊ ਨਹੀਂ ਹੈ। ਤਾਂ ਇਸ ਤਰੀਕੇ ਨਾਲ ਇਹਦਾ ਇਨਫਾਈਨਾਈਟ ਸੋਲਿਊਸ਼ਨ ਆਉਂਦਾ ਹੈ। ਸੋ ਇੱਕ ਇਸ ਤਰੀਕੇ ਦੇ ਕੁਐਸਚਨ ਆ। ਹੁਣ ਇੱਕ ਜਿਹੜੀ ਲਾਸਟ ਟਾਈਪ ਹੈ ਉਹ ਦੇਖੋ ਕੁਐਸਚਨ, ਯੂਜ਼ਿੰਗ ਮੈਟ੍ਰਿਕਸ ਮੈਥਡ ਫਾਈਂਡ ਦੀ ਵੈਲਿਊ ਆਫ ਲੈਮਡਾ ਐਂਡ ਮਿਊ ਸੋ ਦੈਟ ਦ ਸਿਸਟਮ ਆਫ ਇਕੁਏਸ਼ਨ ਹੈਵ, ਇੱਥੇ ਲਿਖਣਾ ਹੈ ਹੈਵ ਯੂਨੀਕ ਸੋਲਿਊਸ਼ਨ, ਇਨਫਾਈਨਾਈਟ ਸੋਲਿਊਸ਼ਨ ਐਂਡ ਨੋ ਸੋਲਿਊਸ਼ਨ। ਇਹ ਕੰਪਲੀਟ ਕੁਐਸਚਨ ਨਹੀਂ ਹੈਗਾ, ਇਹਦੇ 'ਤੇ ਲਿਖਿਆ ਹੋਇਆ ਕਿ ਇਸ ਮੀਨਸ ਤਿੰਨੋਂ ਤਰ੍ਹਾਂ ਦੇ ਸੋਲਿਊਸ਼ਨ ਦੇ ਅਕੋਰਡਿੰਗਲੀ ਲੈਮਡਾ ਤੇ ਮਿਊ ਦੀਆਂ ਵੈਲਿਊਜ਼ ਕੀ ਹੋਣਗੀਆਂ ਇਹ ਆਪਾਂ ਚੈੱਕ ਕਰਨਾ। ਸੋ ਇਹਨੂੰ ਸਟਾਰਟ ਉਸੇ ਤਰੀਕੇ ਨਾਲ ਕਰਨਾ ਕਿ ਅਸੀਂ ਮੈਟ੍ਰਿਕਸ ਫਾਰਮ ਲਿਖਣੀ ਹੈ ਇਕੁਏਸ਼ਨ ਦੀ, A ਮੈਟ੍ਰਿਕਸ, X ਮੈਟ੍ਰਿਕਸ, B ਮੈਟ੍ਰਿਕਸ, then we write A double dot B the augmented matrix। now ਇਸ augmented matrix ਸਾਡੇ ਕੋਲ ਲੈਮਡਾ ਤੇ ਮਿਊ ਦੋ ਅਨਨੋਨ ਵੈਲਿਊਜ਼ ਆ, ਤੇ ਪਰ ਆਪਾਂ ਉਸੇ ਤਰੀਕੇ ਨਾਲ ਹੀ ਇਹਨੂੰ ਪ੍ਰੋਸੀਡ ਕਰਨਾ ਕਿ ਆਪਾਂ ਨੂੰ ਐਚਰਨ ਫਾਰਮ ਬਣਾਉਣੀ ਆ। ਉਹਦੇ ਲਈ ਦੇਖੋ 1 ਦੇ ਨਾਲ ਆਪਰੇਸ਼ਨ ਲਗਾਉਣਾ ਈਜ਼ੀ ਹੁੰਦਾ ਨਾ, ਤਾਂ 1 ਨੂੰ ਆਪਾਂ ਇੱਥੇ ਉੱਪਰ ਲਿਆਉਣਾ, ਮੀਨਸ ਥਰਡ ਰੋ ਤੇ ਫਸਟ ਰੋ ਨੂੰ ਇੰਟਰਚੇਂਜ ਕਰ ਲੈਣਾ। ਉਹਦੇ ਨਾਲ ਸਾਡੇ ਕੋਲ ਆ ਮੈਟ੍ਰਿਕਸ ਜਿਹੜਾ ਆ ਗਿਆ, ਚੇਂਜ ਹੋ ਗਿਆ। ਨਾ ਹੁਣ ਇਸ ਚੇਂਜ ਮੈਟ੍ਰਿਕਸ ਦੇ ਵਿੱਚ ਅਸੀਂ 0 ਬਣਾਉਣੇ ਆ 1 ਦੇ ਨੀਚੇ ਦੋਨੋਂ ਐਲੀਮੈਂਟਸ। ਸੋ ਇੱਥੇ ਆਪਾਂ ਕੀ ਕਰਾਂਗੇ, ਸੈਕਿੰਡ ਰੋ ਦੇ ਐਲੀਮੈਂਟ ਨੂੰ 0 ਬਣਾ ਲਈ, ਸੈਕਿੰਡ ਰੋ -3 ਇੰਟੂ ਫਸਟ ਰੋ। ਠੀਕ ਹੈ, ਫਿਰ ਥਰਡ ਐਲੀਮੈਂਟ 'ਚ 2 ਹੈ, ਥਰਡ ਐਲੀਮੈਂਟ 2 ਹੈ, ਤਾਂ ਇਹਨੂੰ ਆਪਾਂ 0 ਬਣਾਉਣ ਦੇ ਲਈ ਫਸਟ ਰੋ ਨੂੰ 2 ਨਾਲ ਮਲਟੀਪਲਾਈ ਕਰਕੇ ਸਬਟਰੈਕਟ ਕਰ ਦਾਂਗੇ ਥਰਡ ਦੇ ਵਿੱਚੋਂ। ਤੇ ਇਹ ਦੋ ਆਪਰੇਸ਼ਨ ਲਗਾਉਣ ਦੇ ਨਾਲ ਸਾਡੇ ਕੋਲ ਦੋਨੋਂ ਐਲੀਮੈਂਟ 0 ਆ ਗਏ ਤੇ ਬਾਕੀ ਆ ਗਿਆ ਜਿਹੜਾ ਰੈਸਟ ਮੈਟ੍ਰਿਕਸ ਹੈ। ਨਾ ਹੁਣ ਆਪਾਂ ਇੱਥੇ 0 ਬਣਾਉਣਾ, ਨੈਕਸਟ ਐਲੀਮੈਂਟ ਜਿਹੜਾ ਡਾਇਗਨਲ ਦੇ ਨੀਚੇ ਆਉਣਾ, तो इनू 0 बनाने के लिए ऊपर 22 नीचे 11 आ, तो आप इनू की करना है 2 ना मल्टीप्लाई कर देना सो दैट ये भी 22 हो जाए। तो फिर आप डायरैक्टली सबट्रैक्ट कर दिए रो 3 तो रो इत्थे रो 2 आना बेटा, रो 3 माइनस रो 2। ठीक है, तो इन्हों सबट्रैक्ट करते हैं जो, तो फिर साढ़े को इत्थे 0 आ जाएगा। इत्थे जो भी एलीमेंट्स आते हैं सबट्रैक्शन आप लैमडा वाली म्यू वाली दोनों टर्म्स की करनी है, तो वो नाल साढ़े कोल ਜਿਹੜਾ ਐਗਮੈਂਟਡ ਮੈਟ੍ਰਿਕਸ ਹੈ ਇਹ ਬਣ ਜਾਏਗਾ। ਹੁਣ ਇਸ ਐਗਮੈਂਟਡ ਮੈਟ੍ਰਿਕਸ ਦੇ ਵਿੱਚ ਆਪਾਂ ਤਿੰਨੋਂ ਕੇਸ ਡਿਸਕਸ ਕਰਨੇ ਆ ਕਿ ਇਸ ਜਿਹੜਾ ਸਿਸਟਮ ਆਫ ਇਕੁਏਸ਼ਨ ਆ ਉਹਦਾ ਸੋਲਿਊਸ਼ਨ ਯੂਨੀਕ ਹੋਏਗਾ ਤਾਂ ਲੈਮਡਾ ਤੇ ਮਿਊ ਦੀ ਵੈਲਿਊ ਕੀ ਆਣੀ ਚਾਹੀਦੀ ਹੈ। ਸੋ ਪਹਿਲਾਂ ਆਪਾਂ ਦੇਖਦੇ ਆ ਕਿ ਜੇ ਯੂਨੀਕ ਸੋਲਿਊਸ਼ਨ ਹੋਵੇ, ਯੂਨੀਕ ਸੋਲਿਊਸ਼ਨ ਕਦੋਂ ਹੁੰਦਾ ਜਦੋਂ ਆ ਤਿੰਨੋਂ ਚੀਜ਼ਾਂ ਬਰਾਬਰ ਹੁੰਦੀਆਂ, रो ऑफ ए यानी कि रैंक ऑफ ए मैट्रिक्स इन्ने का रैंक, फिर पूरे का रैंक तो नंबर ऑफ वेरीएबल। ठीक है, तो नंबर ऑफ वेरीएबल तो फिक्स ही है 3 ही एक्स वाई जैड, तो 3 के इक्वल आवे दोनों का रैंक। रैंक 3 कदों आएगा जो ये 3 नॉन जीरो रो होणगियां ए च भी ए दे रैंक दे लई ते पूरे मैट्रिक्स के रैंक दे लई भी साडे कोल 3 नॉन जीरो रो होणियां चाहीदियां। नॉन जीरो रो पहला ए की गल करदे, ए इन्ना मैट्रिक्स है, ये 3 नॉन जीरो रो तां होणगे जे आ चीज़ जीरो ना होवे। ठीक है, सो पहली कंडीशन तो ये आ गई कि 2 माइनस लैमडा शुड नॉट बी 0 अगर इहदा रैंक ए दा सानू 3 चाहिदा है। तो बाकी आ वैल्यू ये वैल्यू हुण देखो ये ध्यान नाल समझण वाली गल है कि जिहड़ी अगर आ चीज़ जिहड़ी है वो नॉन जीरो है, इह कुछ ना कुछ आ गया, फिर आ चाहे 0 होवे चाहे 0 ना होवे, चाहे इज इक्वल टू 0 आ जाए चाहे नॉट इक्वल टू 0 आ जाए, इहदे नाल रैंक नू कोई फर्क नहीं पैंदा। ठीक है, ए डबल डॉट बी दे रैंक नू कोई फर्क नहीं पैंदा, क्योंकि जे मान लो ये 0 आ भी गई, इफ दिस वैल्यू लेट दिस बी 0, जे तो 0 आ भी गया, आ साडे कोल नॉन जीरो है। हुण पूरे का रैंक देखिए फस्ट रो सैकेंड रो थर्ड रो, क्योंकि ये 3 जगह तो 0 आ गया तो एक नॉन जीरो भी है,
ਤਾਂ ਕੀ ਹੋਏਗਾ, ਇਹ ਪੂਰੀ ਰੋ ਨੂੰ ਆਪਾਂ ਨੋਨ ਜ਼ੀਰੋ ਹੀ ਮੰਨਾਂਗੇ। ਤਾਂ 3 ਰੋ ਨੋਨ ਜ਼ੀਰੋ ਹੋ ਗਿਆ, ਤਾਂ A ਡਬਲ ਡਾਟ B ਜਿਹੜਾ ਅਗਮੈਂਟਡ ਮੈਟ੍ਰਿਕਸ ਹੈ, ਪੂਰਾ ਮੈਟ੍ਰਿਕਸ ਹੈ, ਇਹਦਾ ਰੈਂਕ ਵੀ 3 ਹੋਏਗਾ। ਤੇ ਜੇ ਜ਼ੀਰੋ ਦੇ ਬਰਾਬਰ ਨਹੀਂ ਹੈ ਤਾਂ ਵੀ ਇਹ ਰੈਂਕ 3 ਰਹੇਗਾ। ਤੇ ਜਾਣੀ ਕਿ ਇਹਦਾ ਕੋਈ ਕੰਟਰੀਬਿਊਸ਼ਨ ਨਹੀਂ ਹੈ ਜ਼ੀਰੋ ਹੋਣ ਜਾਂ ਨਾ ਹੋਣ ਦੇ ਵਿੱਚ, ਇਸ ਕਰਕੇ ਇਹਦੀ ਕੋਈ ਵੀ ਵੈਲਿਊ ਹੋ ਸਕਦੀ ਹੈ। -μ + 7 ਦੀ ਵੈਲਿਊ ਕੁਛ ਵੀ ਹੋ ਸਕਦੀ ਹੈ, ਲੇਕਿਨ ਇਹਦੀ ਵੈਲਿਊ ਨਾਟ ਇਕੁਅਲ ਟੂ 0 ਚਾਹੀਦੀ ਹੈ, ਤਾਂ ਹੀ ਸਾਡੇ ਕੋਲ A ਦਾ ਰੈਂਕ 3 ਆਏਗਾ ਤੇ ਪੂਰੇ ਮੈਟ੍ਰਿਕਸ ਦਾ ਰੈਂਕ ਵੀ 3 ਹੋਏਗਾ ਤੇ ਨੰਬਰ ਆਫ ਵੇਰੀਏਬਲਸ ਦਾ 3 ਹੈਗੀ ਹੈ। ਤਿੰਨੋਂ ਚੀਜ਼ਾਂ ਇਕੁਅਲ ਆ ਗਈਆਂ ਤਾਂ ਸਾਡੇ ਕੋਲ ਹੋਏਗਾ ਯੂਨੀਕ ਸੋਲੂਸ਼ਨ। ਸੈਕਿੰਡ ਕੇਸ ਦੇਖੋ, ਫॉर ਇਨਫਾਈਨਾਈਟ ਸੋਲੂਸ਼ਨ ਕੀ ਹੁੰਦਾ ਕਿ ਇਹ ਦੋਨੋਂ ਤਾਂ ਬਰਾਬਰ ਹੋਣੇ ਚਾਹੀਦੇ, ਰੈਂਕ A ਤੇ ਰੈਂਕ B, ਰੈਂਕ A ਤੇ A ਰੈਂਕ ਆਫ A ਡਬਲ ਡਾਟ B, ਲੇਕਿਨ ਇਹ ਲੈਸ ਹੋਣਾ ਚਾਹੀਦਾ ਨੰਬਰ ਆਫ ਵੇਰੀਏਬਲਸ ਤੋਂ। ਨੰਬਰ ਆਫ ਵੇਰੀਏਬਲਸ ਦੇ ਇਕੁਅਲ ਨਹੀਂ ਹੋਣਾ ਚਾਹੀਦਾ। ਤਾਂ ਨੰਬਰ ਆਫ ਵੇਰੀਏਬਲਸ 3 ਹੈ ਤੇ 3 ਤੋਂ ਲੈਸ ਹੋ ਗਿਆ 2, ਜਾਣੀ ਕਿ ਨਾ ਦੋਨਾਂ ਦਾ ਰੈਂਕ 2 ਹੋਵੇ ਤੇ A ਮੈਟ੍ਰਿਕਸ ਜਿਹੜਾ ਹੈ ਉਹਦਾ ਰੈਂਕ ਦੇਖੋ ਆਪਾਂ ਕਰਦੇ ਇਹਦਾ ਰੈਂਕ ਆਪਾਂ ਨੂੰ ਚਾਹੀਦਾ ਆ 2। ਇਹਦੇ ਲਈ ਕੀ ਹੈ ਕਿ 2 ਰੈਂਕ ਤਾਂ ਆਏਗਾ ਜੇ ਸਾਡੇ ਕੋਲ ਆ ਟਰਮ 0 ਆ ਜਾਵੇ, ਠੀਕ ਹੈ। ਤੇ ਅਗਰ ਇਹ 0 ਆ ਜਾਵੇ ਤਾਂ ਇਹਦਾ A ਦਾ ਰੈਂਕ ਹੋ ਜਾਏਗਾ 2 ਤੇ ਪੂਰੇ ਮੈਟ੍ਰਿਕਸ ਦਾ ਰੈਂਕ ਵੀ 2 ਚਾਹੀਦਾ, ਤਾਂ ਉਹਦੇ ਲਈ ਵੀ ਸਾਨੂੰ ਇਹ ਵੈਲਿਊ ਵੀ 0 ਚਾਹੀਦੀ ਹੈ। ਦੋਨੋਂ 0 ਹੋਣਗੇ ਤਾਂ ਪੂਰੀ ਜਿਹੜੀ ਰੋ ਹੈ, ਥਰਡ ਰੋ 0 ਹੋ ਜਾਏਗੀ। ਉਹਦੇ ਨਾਲ ਕੀ ਹੋਏਗਾ ਕਿ ਸਾਡਾ ਦੋਨੋਂ ਜਿਹੜੇ ਮੈਟ੍ਰਿਕਸ ਹੈ ਉਹਨਾਂ ਦਾ ਰੈਂਕ A ਤੇ A ਡਬਲ ਡਾਟ B ਦੋਨਾਂ ਦਾ ਹੀ ਰੈਂਕ ਸਾਡੇ ਕੋਲ 2 ਆ ਜਾਏਗਾ। ਆ ਦੋਨੋਂ ਵੈਲਿਊ ਅਗਰ 0 ਹੋ ਜਾਣ, ਆ ਵੀ 0, ਇੱਥੇ ਵੀ 0, ਇੱਥੇ ਵੀ 0, ਤਾਂ ਇਹਦਾ ਰੈਂਕ ਪੂਰੇ ਮੈਟ੍ਰਿਕਸ ਦਾ ਰੈਂਕ ਵੀ 2 ਹੈ ਤੇ A ਦਾ ਇਕੱਲੇ ਦਾ ਰੈਂਕ ਵੀ 2 ਹੈ। ਦੋਨੋਂ ਬਰਾਬਰ ਹੋ ਗਏ, ਲੇਕਿਨ ਇਹ ਨੰਬਰ ਆਫ ਵੇਰੀਏਬਲਸ ਤੋਂ ਲੈਸ ਹੈ, ਤਾਂ ਇਨਫਾਈਨਾਈਟ ਸੋਲੂਸ਼ਨ ਹੋ ਗਿਆ। ਤੇ ਇਹਦੇ 'ਚ ਕੀ ਚਾਹੀਦਾ, ਦੋਨੋਂ 0 ਚਾਹੀਦੇ ਆ ਤੇ ਦੋਨੋਂ 0 ਤੋਂ ਸਾਡੇ ਕੋਲ ਲੈਮਡਾ ਤੇ ਮਿਊ ਦੀ ਵੈਲਿਊ ਆ ਜਾਏਗੀ। ਹੁਣ ਆਪਾਂ ਡਿਸਕਸ ਕਰਦੇ ਲਾਸਟ ਕੇਸ, ਜਾਣੀ ਕਿ ਨੋ ਸੋਲਿਊਸ਼ਨ। ਨੋ ਸੋਲਿਊਸ਼ਨ ਕਦੋਂ ਹੁੰਦਾ, ਜਦੋਂ ਇਹ ਰੈਂਕ ਬਰਾਬਰ ਹੀ ਨਾ ਆਵੇ, A ਦਾ ਰੈਂਕ ਤੇ ਪੂਰੇ ਮੈਟ੍ਰਿਕਸ ਦਾ ਰੈਂਕ ਇਕੁਅਲ ਨਾ ਹੋਵੇ। ਤੇ ਜਦੋਂ ਦੋਨੋਂ ਦਾ ਰੈਂਕ ਇਕੁਅਲ ਨਹੀਂ ਹੋਣ ਦਾ ਮਤਲਬ ਹੈ ਕਿ ਇੱਕ ਦਾ ਰੈਂਕ 2 ਆ ਜਾਵੇ ਤੇ ਦੂਸਰੇ ਦਾ 3 ਹੋਵੇ, ਠੀਕ ਹੈ। ਤਾਂ A ਦਾ ਰੈਂਕ 2 ਕਦੋਂ ਆਏਗਾ, ਜਦੋਂ A ਦੇ ਵਿੱਚ ਜਿਹੜੀ ਤਿੰਨੋਂ ਐਲੀਮੈਂਟ 0 ਹੋਣ। ਮਤਲਬ ਜਿਹੜਾ ਇੱਥੇ ਐਲੀਮੈਂਟ ਸੀ ਨਾ ਲੈਮਡਾ -2 ਜਾਂ 2 - ਲੈਮਡਾ, ਉਹ ਐਲੀਮੈਂਟ 0 ਹੋਣਾ ਚਾਹੀਦਾ, ਤਾਂ ਇਹ A ਦਾ ਰੈਂਕ ਜਿਹੜਾ ਆ ਉਹ 2 ਆ ਜਾਏਗਾ। ਫਿਰ ਆਪਾਂ ਨੂੰ ਕੀ ਹੈ ਕਿ ਜਿਹੜਾ A ਡਬਲ ਡਾਟ B ਹੈ, ਪੂਰਾ ਵੱਡਾ ਮੈਟ੍ਰਿਕਸ, ਉਹਦੇ ਵਿੱਚ ਇੱਥੇ 2 - ਲੈਮਡਾ ਆ, ਇੱਥੇ μ + 7 ਹੈ, ਇੱਧਰ ਤਾਂ ਦੋਨੋਂ ਐਲੀਮੈਂਟ 0 ਹੈ। ਹੁਣ ਪੂਰੇ ਮੈਟ੍ਰਿਕਸ ਦਾ ਰੈਂਕ 3 ਕਦੋਂ ਆਏਗਾ, ਜਦੋਂ ਇਹ ਜਿਹੜਾ ਐਲੀਮੈਂਟ ਹੈ, ਇਹ ਤਾਂ ਆਪਾਂ ਲੈ ਲਿਆ ਪਹਿਲੇ 0, ਹੁਣ ਇਹ ਐਲੀਮੈਂਟ ਜਿਹੜਾ ਆ ਉਹ 0 ਨਹੀਂ ਹੋਣਾ ਚਾਹੀਦਾ, ਕਿਉਂਕਿ ਅਗਰ ਆ 0 ਆ ਗਿਆ ਫਿਰ ਪੂਰੇ ਮੈਟ੍ਰਿਕਸ ਦਾ ਰੈਂਕ 3 ਕਦੋਂ ਹੋਏਗਾ, ਜਦੋਂ ਇਹ ਐਲੀਮੈਂਟ ਲਾਸਟ ਵਾਲਾ ਇਹ 0 ਨਾ ਹੋਵੇ। ਸੋ A ਦਾ ਰੈਂਕ 2 ਹੋਣ ਦੇ ਲਈ ਆ ਕੰਡੀਸ਼ਨ ਹੈ ਤੇ A ਡਬਲ ਡਾਟ B ਦਾ ਰੈਂਕ 3 ਹੋਣ ਦੇ ਲਈ ਕੰਡੀਸ਼ਨ ਹੈ -μ + ਲੈਮਡਾ -μ + 7 ਇਜ਼ ਨਾਟ ਇਜ਼ ਇਕੁਅਲ ਟੂ 0, ਠੀਕ ਹੈ। ਤਾਂ ਹੀ ਇਹ 'ਚ 3 ਰੋ ਬਚਣਗੀਆਂ A ਡਬਲ ਡਾਟ B 'ਚ, ਤੇ ਸਾਡਾ ਰੈਂਕ ਆ ਜਾਏਗਾ 3। ਤੇ ਦੋਨੋਂ ਰੈਂਕ ਅਨਇਕੁਅਲ ਹੈ, ਮੀਨਸ ਇਹਦਾ ਨੋ ਸੋਲਿਊਸ਼ਨ ਹੋ ਗਿਆ ਇਸ ਕੇਸ ਦੇ ਵਿੱਚ। ਤਾਂ ਇਹ ਤਿੰਨੋਂ ਰਿਜ਼ਲਟ ਨੂੰ ਕੰਬਾਈਨ ਕਰਕੇ ਲਾਸਟ ਤੁਸੀਂ ਲਿਖ ਦੇਣਾ ਕਿ ਯੂਨੀਕ ਸੋਲਿਊਸ਼ਨ ਲਈ ਕੀ ਵੈਲਿਊਜ਼ ਆ, ਇਨਫਾਈਨਾਈਟ ਸੋਲਿਊਸ਼ਨ ਲਈ ਕੀ ਹੈ ਤੇ ਨੋ ਸੋਲਿਊਸ਼ਨ ਲਈ ਕੀ ਆਉਂਦੀਆਂ ਵੈਲਿਊਜ਼, ਠੀਕ ਹੈ। ਤਾਂ ਇਹ ਸੀ ਕੁਐਸਚਨ। ਕਈ ਵਾਰ ਇਸ ਤੋਂ ਬਾਅਦ ਵੀ ਅੱਗੇ ਕੁਐਸਚਨ ਹੈਂਸ ਸੋਲਵ ਵਾਲਾ ਆ ਜਾਂਦਾ ਆ ਕਿ ਇਹ ਤਾਂ ਹੋ ਗਿਆ ਕਿ ਕੇਸ 3 ਇਨਫਾਈਨਾਈਟ ਸੋਲਿਊਸ਼ਨ, ਯੂਨੀਕ ਸੋਲਿਊਸ਼ਨ ਤੇ ਨੋ ਸੋਲਿਊਸ਼ਨ ਕਿਸ ਤਰੀਕੇ ਨਾਲ ਆਉਂਦਾ, ਲੈਮਡਾ ਮਿਊ ਦੀ ਵੈਲਿਊਜ਼ ਨੂੰ ਫਿਰ ਆਪਾਂ ਯੂਜ਼ ਕਰਕੇ ਉਹ ਸੋਲਿਊਸ਼ਨ ਹੈ ਕੀ ਆ ਉਹ ਆਪਾਂ ਕੱਢਣਾ ਹੁੰਦਾ। ਕਈ ਵਾਰ ਇਸ ਤਰੀਕੇ ਨਾਲ ਆ ਜਾਂਦਾ, ਉਹਦੇ ਲਈ ਤੁਸੀਂ ਕੀ ਕਰਨਾ, ਇਕੁਏਸ਼ਨਸ ਦੇ ਵਿੱਚ ਵੈਲਿਊਜ਼ ਪੁੱਟ ਕਰ ਦੇਣੀ। ਜਿੱਦਾਂ ਯੂਨੀਕ ਸੋਲਿਊਸ਼ਨ ਦੇ ਲਈ ਜਿਹੜਾ ਹੈ ਉਹ ਲੈਮਡਾ ਨਾਟ ਇਜ਼ ਇਕੁਅਲ ਟੂ 2, ਠੀਕ ਹੈ, ਨਾਟ ਇਜ਼ ਇਕੁਅਲ ਟੂ 2, ਤਾਂ ਫਿਰ ਆਪਾਂ ਇਹਨੂੰ ਲੈਮਡਾ ਹੀ ਰੱਖਾਂਗੇ ਤੇ ਮਿਊ ਦੀ ਵੈਲਿਊ ਵੀ ਮਿਊ ਰੱਖਾਂਗੇ, ਤੇ ਉਹਦਾ ਸੋਲਿਊਸ਼ਨ ਜਿਹੜਾ ਆ ਉਹ ਆਪਾਂ ਸੋਲਵ ਕਰ ਲੈਣਾ ਇਨ ਟਰਮਸ ਆਫ ਲੈਮਡਾ ਮਿਊ ਆ ਜਾਏਗਾ। ਤੇ ਦੂਸਰਾ ਜਿਹੜਾ ਇਨਫਾਈਨਾਈਟ ਸੋਲਿਊਸ਼ਨ ਹੈ ਉਹਦੇ ਵਿੱਚ ਤੁਸੀਂ ਵੈਲਿਊ ਪੁੱਟ ਕਰ ਦੇਣੀ, ਲੈਮਡਾ ਦੀ ਵੈਲਿਊ 2, ਮਿਊ ਦੀ ਵੈਲਿਊ 7। ਨੋ